ਪੁਰਾਣੀ ਸਰਕਾਰ ਕਹਿੰਦੀ ਸੀ, ਜਦੋਂ ਪੁਰਾਣੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ, ਸਾਡੀ ਸਰਕਾਰ ਬਣਾ ਦਿਓ। ਸਰਕਾਰ ਨਵੀਂ ਬਣ ਗਈ ਹੈ, 6 ਮਹੀਨੇ ਦਾ ਸਮਾਂ ਵੀ ਹੋ ਗਿਆ, ਤੁਸੀਂ ਫੇਰ ਧਰਨੇ ਦੇ ਰਾਹ ਤੇ। ਲੀਡਰਸ਼ਿਪ ਮੇਰੇ ਵਰਗੇ ਕਹਿੰਦੇ ਰਹੇ ਵੀ ਨਾ ਪਾਓ ਇਹਨਾਂ ਨੂੰ ਵੋਟ, ਨੋਟਾਂ ਨੂੰ ਵੋਟ ਪਾਓ, ਤੰਗ ਕਰਨਗੇ। ਉਹੀ ਗੱਲ ਹੋ ਗਈ, ਲੋਕਾਂ ਨੇ ਬਦਲਾਅ ਲਈ ਵੋਟ ਪਾਈ, ਪਰ ਬਦਲਾਅ ਆਇਆ ਕਿੱਥੇ? ਚੁੰਨੀਆਂ ਜਿਹੜੀਆਂ ਖਿੱਚੀਆਂ ਜਾ ਰਹੀਆਂ, ਬੇਇੱਜ਼ਤੀ ਕੀਤੀ ਜਾ ਰਹੀ ਆ, ਮੁਲਾਜ਼ਮਾਂ ਨੂੰ ਕੁੱਟਿਆ ਜਾ ਰਿਹਾ, ਔਰ ਜਿਹਦੇ ਲਈ ਵੋਟ ਪਾਈ ਸੀ ਉਹਦੇ ਲਈ ਇੱਕ ਸਟੈਪ ਨਹੀਂ ਅੱਗੇ ਵਧਾਇਆ। ਜਦੋਂ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ, ਸਾਡੇ ਸੱਪ ਲੜਦਾ ਛਾਤੀ ਦੇ, ਸਾਡੇ ਪੈਸੇ ਨਾਲ ਐਡਵਰਟਾਈਜ਼ਮੈਂਟ ਕਰ ਰਹੇ ਆ, ਪਰ ਕੰਮ ਤੁਸੀਂ ਕਰ ਨਹੀਂ ਰਹੇ। ਸਰਕਾਰ ਨਹੀਂ ਹੋਊਗੀ, ਉਹ ਡਰਾਮੇਬਾਜ਼ ਆ। ਰਾਮਲੀਲਾ ਹੋਣ ਲੱਗੀ, ਆਪਣੇ ਕਲਾਕਾਰ ਉੱਥੇ ਚਾਹੀਦੇ ਆ, ਉਹ ਕਲਾਕਾਰ ਲੈ ਕੇ ਰਾਵਣ ਦੀ ਫੌਜ ਦੇ ਵਿੱਚ ਸ਼ਾਮਿਲ ਹੋਵੋ, ਗੁਰਜ ਚੁੱਕੋ, ਕਿਉਂਕਿ ਤੁਸੀਂ ਤੁਹਾਡੀ ਔਕਾਤ ਹੀ ਹੋ ਜੀ, ਤੁਸੀਂ ਰਾਮ ਦੀ ਸੈਨਾ 'ਚ ਵੀ ਜਿਹੜੇ ਨਹੀਂ ਪਾਰਟ ਅਦਾ ਕਰ ਸਕਦੇ। ਕੇਜਰੀਵਾਲ ਸਾਹਿਬ ਜਨਾਬ, ਜਿੱਥੇ ਤੁਹਾਡੀਆਂ ਸਰਕਾਰਾਂ ਉੱਥੇ ਤੇ ਲਾਗੂ ਕਰ ਲਓ, ਉੱਥੇ ਤੁਹਾਡੇ ਕੋਲ ਲਾਗੂ ਨਹੀਂ ਹੁੰਦਾ ਤੇ ਨਵੀਂ ਜਗ੍ਹਾ ਤੇ ਜਾ ਕੇ ਤੁਸੀਂ ਵਾਅਦੇ ਕਰਕੇ ਤਮਾਸ਼ੇ ਕਰਦੇ ਹੋ। ਕਈ ਵੇਲੇ ਇਹ ਇਲਜ਼ਾਮ ਲਗਾ ਦਿੱਤੇ ਜਾਂਦੇ ਕਿ ਮੁਲਾਜ਼ਮ ਵਰਗਾਂ ਦੀ ਆਪਣੀਆਂ ਕੋਈ ਨਿੱਜੀ ਇਹਦੇ ਵਿੱਚ ਰੰਜਿਸ਼ ਹੋਣੀ ਹੈ ਜਾਂ ਨਿੱਜੀ ਤੌਰ ਤੇ ਕਿਹੜ ਹੋਣੀ ਹੈ, ਇਸੇ ਕਰਕੇ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ। ਇਹ ਸਰਕਾਰ ਨੇ ਕੀ ਸੋਚਿਆ ਵੀ ਇਹਨਾਂ ਨੂੰ ਖੁੱਜੇ ਲਾਈਨ ਲਾ ਦਿਓ? ਇਹਨਾਂ ਦਾ ਸੋਸ਼ਲ ਮੀਡੀਆ ਪ੍ਰਚਾਰ ਇਹ ਕਰ ਰਿਹਾ ਵੀ ਇਹ ਬਹੁਤ ਵੱਡੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ, ਇਹ ਆਪਣੇ ਲਈ ਲੜਦੇ ਨੇ, ਇਹ ਹੜਤਾਲਾਂ ਕਰਕੇ ਲੋਕਾਂ ਨੂੰ ਤੰਗ ਕਰਦੇ ਨੇ, ਇਹ ਕਰਪਟ ਨੇ, ਇਹ ਐਰਾ ਵਗੈਰਾ। ਸਾਨੂੰ ਪੈਨਸ਼ਨ ਹੈ, ਫਿਰ ਸਾਡੀ ਲੜਾਈ ਕਾਹਦੀ? ਅਸੀਂ ਤਾਂ ਆਉਣ ਵਾਲੀ ਪੀੜ੍ਹੀ ਦੀ ਲੜ ਰਹੇ ਹਾਂ ਨਾ ਲੜਾਈ, ਸਾਨੂੰ ਤਾਂ ਪੈਨਸ਼ਨ ਮਿਲ ਰਹੀ। ਭਗਵੰਤ ਮਾਨ ਕਹਿੰਦਾ ਕਿ ਮੈਂ ਇਦਾਂ ਦੇ ਹਾਲਾਤ ਬਣਾ ਦੇਣੇ ਕਿ ਲੋਕਾਂ ਨੂੰ ਬਾਹਰ ਜਾਣਾ ਹੀ ਨਾ ਪਵੇ। ਰੁਜ਼ਗਾਰ ਤੁਹਾਡੇ ਹੱਥ 'ਚ ਆ, ਤੁਸੀਂ ਪੱਕਿਆਂ ਨੂੰ ਕੱਚੇ ਕਰਨਾ। ਜਿਹੜੀਆਂ ਪੋਸਟਾਂ ਤੁਸੀਂ ਰੀਸਟਰਕਚਰਿੰਗ ਕਰਕੇ ਖਤਮ ਕਰ ਰਹੇ ਹੋ, ਤਾਂ ਫਿਰ ਰੁਜ਼ਗਾਰ ਕਿੱਥੇ ਦੋਗੇ? ਤਨਖਾਹ ਸਾਡੀ 7 ਤਰੀਕ ਨੂੰ ਆ ਰਹੀ ਹੈ, ਤੁਹਾਡੇ ਕੋਲ ਜਿਹੜਾ ਕਰਜ਼ਾ ਚੁੱਕ ਕੇ ਤੁਸੀਂ ਤਨਖਾਹ ਦੇ ਰਹੇ ਹੋ, ਕਿੰਨੀ ਦੇਰ ਕਰਜ਼ਾ ਚੱਕ ਲਓਗੇ? ਮੈਨੂੰ ਲੱਗ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਜਿਹੜੀ ਹੋਰ 6 ਮਹੀਨੇ ਠਹਿਰਨੀ ਨਹੀਂ, ਜਿਹੋ ਜਿਹੇ ਕੰਮ ਕਰ ਰਹੇ ਨੇ। ਪੁਰਾਣੀ ਪੈਨਸ਼ਨ ਸਕੀਮ ਆ ਉਹ ਲਾਗੂ ਨਹੀਂ ਕੀਤੀ, ਕੱਚੇ ਮੁਲਾਜ਼ਮ ਆ ਉਹ ਪੱਕੇ ਨਹੀਂ ਕੀਤੇ। 36,000 ਦੀ ਫਾਈਲ ਤੁਸੀਂ ਕਾਂਗਰਸ ਵਾਲੀ ਕੱਚ 'ਚ ਮਾਰ ਕੇ ਲਈ ਫਿਰ ਰਹੇ ਹੋ। ਜਿਹੜੀ ਕਾਂਗਰਸ ਨੇ 15% ਦਾ ਲਾਭ 2016 ਤੋਂ ਬਾਅਦ ਵਾਲੇ ਨੂੰ ਦਿੱਤਾ ਸੀਗਾ, ਉਹ ਵੀ ਇਹ ਸਰਕਾਰ ਨੇ ਕੱਟ ਲਿਆ। ਕਿੰਨੀ ਬੇਸ਼ਰਮੀ ਦੀ ਗੱਲ ਹੈਗੀ ਆ, ਉਹ ਵੀ ਕੱਟ ਕੇ ਬਹਿ ਗਏ, ਉਹਨਾਂ ਨੂੰ ਉਹਦਾ ਲਾਭ ਨਹੀਂ ਦਿੱਤਾ ਹੈਗਾ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ, ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੁਰਾਣੀ ਸਰਕਾਰ ਦੇ ਸਮੇਂ ਅਸੀਂ ਸੋਚਦੇ ਸੀ ਕਿ ਮੁਲਾਜ਼ਮਾਂ ਨੂੰ ਧਰਨੇ ਲਾਉਣੇ ਪੈਂਦੇ ਨੇ, ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਕਿ ਸਾਡੀ ਸਰਕਾਰ ਬਣਾ ਦਿਓ, ਅਸੀਂ ਮੁਲਾਜ਼ਮਾਂ ਨੂੰ ਧਰਨੇ ਨਹੀਂ ਲਾਉਣ ਦੇਵਾਂਗੇ। ਇੱਥੋਂ ਤੱਕ ਕਿਹਾ ਜਾਂਦਾ ਸੀ ਕਿ ਕਿਸੇ ਦੀਆਂ ਪੱਗਾਂ ਨਹੀਂ ਰੁਲਣਗੀਆਂ, ਕਿਸੇ ਦੀਆਂ ਚੁੰਨੀਆਂ ਨਹੀਂ ਖਿੱਚੀਆਂ ਜਾਣਗੀਆਂ, ਨਾ ਹੀ ਕਿਸੇ ਨੂੰ ਟੈਂਕੀਆਂ ਤੇ ਚੜ੍ਹਨਾ ਪਵੇਗਾ। ਪਰ ਮੁਲਾਜ਼ਮ ਵਰਗ ਫਿਰ ਧਰਨਿਆਂ ਦੇ ਰਾਹ ਤੇ ਪੈਣ ਲਈ ਮਜਬੂਰ ਹੈਗਾ। ਕਾਰਨ ਕੀ ਨੇ? ਬਹੁਤ ਗੰਭੀਰ ਚੀਜ਼ਾਂ ਨੇ ਜਿਹੜੀਆਂ ਸਮਝਣ ਵਾਲੀ ਨੇ। ਗੱਲਬਾਤ ਕਰ ਰਹੇ ਸਾਡੇ ਨਾਲ ਮੁਲਾਜ਼ਮ ਆਗੂ ਨੇ। ਖਹਿਰਾ ਸਾਹਿਬ, ਜੇ ਅੱਜ ਦੇ ਇਸ ਧਰਨੇ ਦੀ ਗੱਲ ਕਰੀਏ, ਪੁਰਾਣੀ ਸਰਕਾਰ ਕਹਿੰਦੀ ਸੀ, ਜਦੋਂ ਪੁਰਾਣੀ ਸਰਕਾਰ ਸੀ ਤਾਂ ਆਮ ਆਦਮੀ ਪਾਰਟੀ ਕਹਿੰਦੀ ਸੀ ਵੀ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ, ਸਾਡੀ ਸਰਕਾਰ ਬਣਾ ਦਿਓ। ਸਰਕਾਰ ਨਵੀਂ ਬਣ ਗਈ ਹੈ, 6 ਮਹੀਨੇ ਦਾ ਸਮਾਂ ਵੀ ਹੋ ਗਿਆ, ਤੁਸੀਂ ਫੇਰ ਧਰਨੇ ਦੇ ਰਾਹ ਤੇ। ਦੇਖੋ, ਇਹ ਸਰਕਾਰ ਨੂੰ ਚੁਣਿਆ ਕਿਉਂ ਸੀ? ਮੁਲਾਜ਼ਮ ਵਰਗ ਦਾ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਵੀ ਸਾਡੀ ਵੋਟ 40 ਤੋਂ 50 ਲੱਖ ਆ। ਐਡੀ ਵੱਡੀ ਵੋਟ ਜਿਹੜੀ ਆ ਆਮ ਆਦਮੀ ਦੇ ਹੱਕ ਦੇ ਵਿੱਚ ਭੁਗਤੀ। ਲੀਡਰਸ਼ਿਪ ਮੇਰੇ ਵਰਗੇ ਕਹਿੰਦੇ ਰਹੇ ਵੀ ਨਾ ਪਾਓ ਇਹਨਾਂ ਨੂੰ ਵੋਟ, ਨੋਟਾਂ ਨੂੰ ਵੋਟ ਪਾਓ, ਤੰਗ ਕਰਨਗੇ। ਉਹੀ ਗੱਲ ਹੋ ਗਈ, ਲੋਕਾਂ ਨੇ ਬਦਲਾਅ ਲਈ ਵੋਟ ਪਾਈ, ਪਰ ਬਦਲਾਅ ਆਇਆ ਕਿੱਥੇ? ਉਹੀ ਤੁਸੀਂ ਹੁਣੇ ਦੱਸ ਰਹੇ ਸੀ, ਚੁੰਨੀਆਂ ਜਿਹੜੀਆਂ ਖਿੱਚੀਆਂ ਜਾ ਰਹੀਆਂ, ਬੇਇੱਜ਼ਤੀ ਕੀਤੀ ਜਾ ਰਹੀ ਆ, ਮੁਲਾਜ਼ਮਾਂ ਨੂੰ ਕੁੱਟਿਆ ਜਾ ਰਿਹਾ, ਔਰ ਜਿਹਦੇ ਲਈ ਵੋਟ ਪਾਈ ਸੀ ਉਹਦੇ ਲਈ ਇੱਕ ਸਟੈਪ ਨਹੀਂ ਅੱਗੇ ਵਧਾਇਆ। ਕੇਜਰੀਵਾਲ ਸਾਹਿਬ ਕਹਿ ਰਹੇ ਹਰਿਆਣੇ ਦੇ ਵਿੱਚ ਵੀ ਅਸੀਂ ਪੁਰਾਣੀ ਪੈਨਸ਼ਨ ਜਿਹੜੀ ਹੈ ਲਾਗੂ ਕਰਾਂਗੇ। ਉਹਨਾਂ ਨੂੰ ਪੁੱਛੇ ਬਈ ਕੇਜਰੀਵਾਲ ਸਾਹਿਬ ਜਨਾਬ, ਜਿੱਥੇ ਤੁਹਾਡੀਆਂ ਸਰਕਾਰਾਂ ਉੱਥੇ ਤੇ ਲਾਗੂ ਕਰ ਲਓ, ਉੱਥੇ ਤੁਹਾਡੇ ਕੋਲ ਲਾਗੂ ਨਹੀਂ ਹੁੰਦਾ ਤੇ ਨਵੀਂ ਜਗ੍ਹਾ ਤੇ ਜਾ ਕੇ ਤੁਸੀਂ ਵਾਅਦੇ ਕਰਕੇ ਤਮਾਸ਼ੇ ਕਰਦੇ ਹੋ। ਔਰ ਇਹ ਜਿਹੜੀ ਸਰਕਾਰ ਹੈ, ਇਹ ਸੋਸ਼ਲ ਮੀਡੀਆ ਦੀ ਸਰਕਾਰ ਆ, ਇਹ ਆਈਟੀ ਵਿੰਗ ਦੀ ਸਰਕਾਰ ਆ। ਮੰਤਰੀ ਆਪ ਕੁਝ ਨਹੀਂ ਕਰ ਸਕਦੇ, ਉਹ ਸਾਨੂੰ ਪੁੱਛੋ ਕੀ ਕਰਦੇ ਆ। ਉਹ ਜਿਹੜੀ ਸਾਡੇ ਡੀਪੀਆਰ ਦੀ ਟੀਮ ਆ, ਉਹ ਵਿਚਾਰੀ ਪਿੱਛੇ ਬੈਠੀ ਹੁੰਦੀ, ਦਿੱਲੀ ਤੋਂ ਟੀਮਾਂ ਆਉਂਦੀਆਂ, ਉਹ ਮੰਤਰੀਆਂ ਨੂੰ ਬੱਚਿਆਂ ਨੂੰ ਸਮਝਾਉਂਦੀਆਂ ਵੀ ਤੁਸੀਂ ਆਹ ਬੋਲਣਾ, ਕੱਟ, ਜਿਵੇਂ ਫਿਲਮ ਦੀ ਸ਼ੂਟਿੰਗ ਹੋ ਰਹੀ ਆ, ਦੁਬਾਰਾ ਬੋਲੋ, ਕੱਟ, ਦੁਬਾਰਾ ਬੋਲੋ, ਕੈਮਰਾ ਰੋਲ। ਉਹ ਸਾਲੇ ਉੱਥੇ ਤੁਸੀਂ ਡਰਾਮਾ ਕਰ ਰਹੇ ਹੋ। ਜਿਹੜੀ ਸਰਕਾਰ ਇਵੇਂ ਚੱਲੂਗੀ ਤੇ ਉਹ ਜਿਹੜੀ ਸਰਕਾਰ ਹੈਗੀ ਉਹ ਸਰਕਾਰ ਨਹੀਂ ਹੋਊਗੀ, ਉਹ ਡਰਾਮੇਬਾਜ਼ ਆ। ਇਹਨਾਂ ਨੂੰ ਚਾਹੀਦਾ ਵੀ ਹੁਣ ਰਾਮਲੀਲਾ ਹੋਣ ਲੱਗੀ, ਆਪਣੇ ਕਲਾਕਾਰ ਉੱਥੇ ਚਾਹੀਦੇ ਆ, ਉਹ ਕਲਾਕਾਰ ਲੈ ਕੇ ਰਾਵਣ ਦੀ ਫੌਜ ਦੇ ਵਿੱਚ ਸ਼ਾਮਿਲ ਹੋਵੋ, ਗੁਰਜ ਚੁੱਕੋ, ਕਿਉਂਕਿ ਤੁਸੀਂ ਤੁਹਾਡੀ ਔਕਾਤ ਹੀ ਹੋ ਜੀ, ਤੁਸੀਂ ਰਾਮ ਦੀ ਸੈਨਾ 'ਚ ਵੀ ਜਿਹੜੇ ਨਹੀਂ ਪਾਰਟ ਅਦਾ ਕਰ ਸਕਦੇ ਹੋ। ਖਹਿਰਾ ਸਾਹਿਬ, ਬੜੀ ਅਹਿਮ ਚੀਜ਼ ਆ ਕਿ ਮੁਲਾਜ਼ਮ ਵਰਗ ਪਿਛਲੀ ਵਾਰ ਵੀ ਧਰਨੇ ਤੇ ਰਾਹ ਤੇ ਸੀਗੇ, ਮੰਗਾਂ ਉਹੀ ਨੇ,
ਇਸ ਵੇਲੇ ਵੀ TADA ਨਹੀਂ ਦਿੱਤਾ ਜਾ ਰਿਹਾ ਮੁਲਾਜ਼ਮ ਨੂੰ, ਪੈਨਸ਼ਨਾਂ ਦੀ ਮੰਗ ਵੱਡੇ ਪੱਧਰ ਤੇ ਲਗਾਤਾਰ, ਪੈਨਸ਼ਨ ਸਕੀਮ ਵੀ ਉਹੀ ਤਰੀਕੇ ਨਾਲ। ਬਿਲਕੁਲ ਜੀ, ਉਹੀ ਮੰਗਾ। ਦੇਖੋ DA ਉਦੋਂ ਵੀ ਜਦੋਂ ਖਾਲੀ ਮੰਤਰੀ ਪੀਪਾ ਮੰਤਰੀ ਹੁੰਦਾ ਸੀ ਮਨਪ੍ਰੀਤ ਬਾਦਲ, ਉਦੋਂ ਵੀ ਖਜ਼ਾਨਾ ਖਾਲੀ ਸੀ। ਹੁਣ ਕਹਿੰਦਾ ਖਜ਼ਾਨਾ ਭਰ ਗਿਆ। ਜੇ ਖਜ਼ਾਨਾ ਭਰ ਗਿਆ ਤਾਂ ਸਾਡੀ DA ਦੀਆਂ ਕਿਸ਼ਤਾਂ 2 ਆ, 1 ਤੀਜੀ ਆਉਣ ਵਾਲੀ 10% ਹੋ ਜਾਣਾ। ਕਿੱਥੋਂ ਦਓਗੇ ਤੁਸੀਂ? ਤਨਖਾਹ ਸਾਡੀ 7 ਤਰੀਕ ਨੂੰ ਆ ਰਹੀ ਹੈ, ਤੁਹਾਡੇ ਕੋਲ ਜਿਹੜਾ ਕਰਜ਼ਾ ਚੁੱਕ ਕੇ ਤੁਸੀਂ ਤਨਖਾਹ ਦੇ ਰਹੇ ਹੋ, ਕਿੰਨੀ ਦੇਰ ਕਰਜ਼ਾ ਚੱਕ ਲਓਗੇ? ਮੈਨੂੰ ਲੱਗ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਜਿਹੜੀ ਹੋਰ 6 ਮਹੀਨੇ ਠਹਿਰਨੀ ਨਹੀਂ, ਜਿਹੋ ਜਿਹੇ ਕੰਮ ਕਰ ਰਹੇ ਨੇ। ਪੁਰਾਣੀ ਪੈਨਸ਼ਨ ਸਕੀਮ ਆ ਉਹ ਲਾਗੂ ਨਹੀਂ ਕੀਤੀ, ਕੱਚੇ ਮੁਲਾਜ਼ਮ ਆ ਉਹ ਪੱਕੇ ਨਹੀਂ ਕੀਤੇ। 36000 ਦੀ ਫਾਈਲ ਤੁਸੀਂ ਕਾਂਗਰਸ ਵਾਲੀ ਕੱਛ 'ਚ ਮਾਰ ਕੇ ਲਈ ਫਿਰ ਰਹੇ ਹੋ। 1 ਲੱਖ ਤੋਂ ਉੱਤੇ ਮੁਲਾਜ਼ਮ ਹੈਗਾ ਉਹ ਨਹੀਂ ਕਰ ਰਹੇ। DA ਦਾ ਏਰੀਅਰ ਪਿਆ ਵਾ, ਜਿਹੜੀ ਕਾਂਗਰਸ ਨੇ 15% ਦਾ ਲਾਭ 2016 ਤੋਂ ਬਾਅਦ ਵਾਲੇ ਨੂੰ ਦਿੱਤਾ ਸੀਗਾ, ਉਹ ਵੀ ਇਹ ਸਰਕਾਰ ਨੇ ਕੱਟ ਲਿਆ। ਕਿੰਨੀ ਬੇਸ਼ਰਮੀ ਦੀ ਗੱਲ ਹੈਗੀ ਆ, ਉਹ ਵੀ ਕੱਟ ਕੇ ਬਹਿ ਗਏ, ਉਹਨਾਂ ਨੂੰ ਉਹਦਾ ਲਾਭ ਨਹੀਂ ਦਿੱਤਾ ਹੈਗਾ। ਔਰ ਉਹ ਗੱਲ ਦੇਖੋ, ਇੱਕ ਪ੍ਰਿੰਸੀਪਲ ਸੈਕਟਰੀ ਨੇ ਉਹ ਕੱਟ ਲਿਆ, ਔਰ ਅਸੀਂ ਉਹਨਾਂ ਨੂੰ ਦੱਸਿਆ ਵੀ ਇਹ ਜਿਹੜਾ ਹੈਗਾ ਚੀਮਾ ਸਾਹਿਬ ਮੁੱਖ ਮੰਤਰੀ ਦਾ ਕੰਮ ਆ, ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਲੈਵਲ ਤੋਂ ਅਪਰੂਵ ਹੋਇਆ, ਇਸ ਕਰਕੇ ਮੁੱਖ ਮੰਤਰੀ ਸਾਹਿਬ ਇਹਨੂੰ ਘਟਾ ਸਕਦੇ। ਪਰ ਇਹ ਸਰਕਾਰ ਪਤਾ ਨਹੀਂ ਕਿਹੋ ਜਿਹੇ ਲੱਲੂਆਂ ਦੀ ਸਰਕਾਰ ਹੈਗੀ, ਉਹਨਾਂ ਨੂੰ ਇਹ ਨਹੀਂ ਪਤਾ ਕਿ ਪੱਧਰ CM ਦਾ ਔਰ ਫੈਸਲਾ ਲੈ ਰਿਹਾ ਇੱਕ ਪ੍ਰਿੰਸੀਪਲ ਸੈਕਟਰੀ। ਖੈਰ ਸਰ, ਬੜੀ ਅਹਿਮ ਚੀਜ਼ ਆ ਕਿ ਮੁਲਾਜ਼ਮ ਵਰਗ ਸੰਘਰਸ਼ ਕਰ ਰਿਹਾ ਹੈ। ਕਈ ਵੇਲੇ ਇਹ ਇਲਜ਼ਾਮ ਲਗਾ ਦਿੱਤੇ ਜਾਂਦੇ ਕਿ ਮੁਲਾਜ਼ਮ ਵਰਗਾਂ ਦੀ ਆਪਣੀਆਂ ਕੋਈ ਨਿੱਜੀ ਇਹਦੇ ਵਿੱਚ ਰੰਜਿਸ਼ ਹੋਣੀ ਹੈ ਜਾਂ ਨਿੱਜੀ ਤੌਰ ਤੇ ਕਿਹੜ ਹੋਣੀ ਹੈ, ਇਸੇ ਕਰਕੇ ਧਰਨੇ ਪ੍ਰਦਰਸ਼ਨ ਦਿੱਤੇ ਜਾ ਰਹੇ। ਪਰ ਨਾਲ ਦੀ ਨਾਲ ਇੱਕ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਦੀ ਵੀ ਗੱਲ ਹੈ। ਇਹ 2 ਚੀਜ਼ਾਂ ਬੜੀਆਂ ਅਹਿਮ ਨੇ ਕਿ ਮੁਲਾਜ਼ਮਾਂ ਦੇ ਆਪਣੀਆਂ ਸੀਟਾਂ ਖੁੱਸ ਰਹੀਆਂ ਜਾਂ ਆਪਣੀ ਸਿਆਸਤ ਖੁੱਸ ਰਹੀ ਹੈ। ਇਹ ਇਲਜ਼ਾਮ ਜਿਹੜੇ ਸੱਤਾ ਧਿਰ ਲਾ ਦਿੰਦੀ ਅਕਸਰ, ਉਹ ਵਜ੍ਹਾ ਹੈਗੀ ਧਰਨਿਆਂ ਦੀ। ਜਾਂ ਫਿਰ ਦੂਜੇ ਪਾਸੇ ਇੱਕ ਭਵਿੱਖ ਨੂੰ ਵੀ ਦੇਖਣਾ ਹੈਗਾ, ਨੌਜਵਾਨ ਪੀੜ੍ਹੀ ਦਾ ਕੀ ਹਾਲ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ। ਤੁਸੀਂ ਤਾਂ ਆਪਣੀ ਸਰਕਾਰੀ ਨੌਕਰੀ ਕਰ ਲਈ। ਭੋਗਲ ਸਾਹਿਬ, ਬਹੁਤ ਹੀ ਵਧੀਆ ਮੇਰੇ ਮਨ ਦਾ ਤੁਸੀਂ ਸਵਾਲ ਕੀਤਾ ਕਿ ਸਰਕਾਰਾਂ ਦਾ ਕੀ ਕੰਮ ਹੁੰਦਾ। ਕੋਈ ਵੀ ਸਰਕਾਰ ਹੋ ਜੇ ਉਹਦਾ ਕੰਮ ਹੁੰਦਾ ਪਾੜੋ ਤੇ ਰਾਜ ਕਰੋ, ਅਲੱਗ-ਅਲੱਗ ਵਰਗਾਂ 'ਚੋਂ ਵੰਡ ਦਿਓ ਤੇ ਉਹ ਵਰਗਾਂ ਦੀਆਂ ਫਿਰ ਵੋਟਾਂ ਜਿਹੜੀਆਂ ਹਥਿਆ ਲਓ। ਮੁਲਾਜ਼ਮ ਵਰਗ ਦੀ ਵੋਟ ਬੈਂਕ ਬਹੁਤ ਜ਼ਿਆਦਾ, ਔਰ ਇਹ ਸਦਾ ਹੀ ਸਰਕਾਰ ਦੇ ਐਂਟੀ ਰਹੀ ਹੈ। ਇਹ ਸਰਕਾਰ ਨੇ ਕੀ ਸੋਚਿਆ ਵੀ ਇਹਨਾਂ ਨੂੰ ਖੁੱਜੇ ਲਾਈਨ ਲਾ ਦਿਓ। ਇਹਨਾਂ ਦਾ ਸੋਸ਼ਲ ਮੀਡੀਆ ਪ੍ਰਚਾਰ ਇਹ ਕਰ ਰਿਹਾ ਵੀ ਇਹ ਬਹੁਤ ਵੱਡੀਆਂ ਮੋਟੀਆਂ ਤਨਖਾਹਾਂ ਲੈਂਦੇ ਨੇ, ਇਹ ਆਪਣੇ ਲਈ ਲੜਦੇ ਨੇ, ਇਹ ਹੜਤਾਲਾਂ ਕਰਕੇ ਲੋਕਾਂ ਨੂੰ ਤੰਗ ਕਰਦੇ ਨੇ, ਇਹ ਕਰਪਟ ਨੇ, ਇਹ ਐਰਾ ਵਗੈਰਾ। ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ, ਇਹਨਾਂ ਦੇ ਮੀਡੀਆ ਨੂੰ ਵੀ, ਅਸੀਂ ਵੀ ਆਪਣਾ IT ਮੀਡੀਆ ਬਣਾ ਰਹੇ, ਅਸੀਂ ਤੁਹਾਡੇ ਪ੍ਰਚਾਰ ਦਾ ਸਾਹਮਣਾ ਕਰਾਂਗੇ। ਸਾਡੀਆਂ ਮੰਗਾਂ ਇਸ ਸਮੇਂ 2-3 ਨੂੰ ਛੱਡ ਕੇ ਸਾਰੀਆਂ ਹੀ ਪੰਜਾਬ ਦੇ ਪੱਖ 'ਚ ਆ, ਆਮ ਜਿਹੜੇ ਨੌਜਵਾਨ ਪੀੜ੍ਹੀ ਦੇ ਪੱਖ 'ਚ ਆ। ਮੰਨ ਲਓ ਹੁਣ ਜਿਹੜੇ ਵੀ ਬੰਦੇ ਨੇ ਆਣਾ, ਜਿਸ ਵੀ ਨੌਜਵਾਨ ਨੇ ਨੌਕਰੀ 'ਚ ਆਣਾ, ਉਹਨੂੰ ਜੇ ਪੈਨਸ਼ਨ ਨਹੀਂ ਹੋਊਗੀ ਉਹ ਸਰਕਾਰੀ ਨੌਕਰੀ 'ਚ ਕੀ ਕਰਨਾ ਹੋਊਗਾ? ਇੱਕੋ ਇੱਕ ਸਰੋਤ ਆ ਰੁਜ਼ਗਾਰ ਦਾ, ਉਹ ਹੈਗਾ ਸਰਕਾਰੀ ਨੌਕਰੀ। ਪ੍ਰਾਈਵੇਟ ਨੌਕਰੀ ਪੰਜਾਬ 'ਚ ਤੁਹਾਨੂੰ ਪਤਾ ਹੈ ਨਹੀਂ। ਉਹਦੇ ਵਿੱਚ ਜੇ ਪੈਨਸ਼ਨ ਨਹੀਂ ਹੋਊਗੀ ਉਹਨਾਂ ਨੂੰ, ਸਾਨੂੰ ਪੈਨਸ਼ਨ ਹੈ, ਫਿਰ ਸਾਡੀ ਲੜਾਈ ਕਾਹਦੀ? ਅਸੀਂ ਤਾਂ ਆਉਣ ਵਾਲੀ ਪੀੜ੍ਹੀ ਦੀ ਲੜ ਰਹੇ ਹਾਂ ਨਾ ਲੜਾਈ, ਸਾਨੂੰ ਤਾਂ ਪੈਨਸ਼ਨ ਮਿਲ ਰਹੀ। ਜੇ ਉਹ ਬੰਦਿਆਂ ਨੂੰ ਆਊਟਸੋਰਸ ਤੇ ਰੱਖਦੀ ਆ ਸਰਕਾਰ, ਤੇ ਫਿਰ ਪੱਕੇ ਕਿਉਂ ਨਹੀਂ ਰੱਖਦੇ? ਆਊਟਸੋਰਸ ਤੇ 5000 ਰੁਪਇਆ ਦੇ ਕੇ ਤੁਸੀਂ ਉਹਨਾਂ ਦੀ ਜਿਹੜਾ ਸ਼ੋਸ਼ਣ ਕਰ ਰਹੇ ਹੋ ਤਾਂ ਗੁਲਾਮ ਪ੍ਰਥਾ ਹੋ ਗਈ। ਅਸੀਂ ਕਿਤੇ ਆਪਣੇ ਲਈ ਕਰ ਰਹੇ, ਅਸੀਂ ਤਾਂ ਪੱਕੇ ਆ। ਅਸੀਂ ਤਾਂ ਮੰਗ ਰਹੇ ਜਿਹੜੇ ਸਮਾਜ ਦੇ ਵਿੱਚੋਂ ਜਿਹੜਾ ਨੌਜਵਾਨ ਹੈਗਾ ਉਹਨੂੰ ਜਿਹੜਾ ਤੁਸੀਂ ਕੰਟਰੈਕਟ ਤੇ ਜਾਂ ਜਿਹੜਾ ਹੈਗਾ ਆਊਟਸੋਰਸ ਤੇ ਨਾਲ। 2 ਮੰਗ। ਤੀਸਰੀ ਗੱਲ ਆ ਗਈ, ਜਿਹੜਾ ਬੰਦਾ ਆ ਗਿਆ ਉਹਨੂੰ ਬੇਸਿਕ ਤਨਖਾਹ 3 ਸਾਲ ਲਈ ਉਹਦਾ ਸ਼ੋਸ਼ਣ ਕੀਤਾ ਜਾਊਗਾ, 10-15 ਫਿਰ ਉਹਨੂੰ ਲੁੱਟੋ। ਔਰ ਨਾਲ ਦੀ ਨਾਲ ਜਿਹੜਾ ਹੈਗਾ ਉਹਦਾ ਪ੍ਰੋਬੇਸ਼ਨ ਪੀਰੀਅਡ 2 ਤੋਂ 3 ਸਾਲ ਕਰਤਾ ਲੁੱਟਣ ਦੇ ਲਈ। ਇਹ ਕਿਹਦੀ ਮੰਗ ਆ? ਜਿਹੜਾ ਸਮਾਜ 'ਚੋਂ ਆਊਗਾ। ਸੋ ਜਿਹੜੀ ਵੀ ਗੱਲ, ਪੇ ਕਮਿਸ਼ਨ ਸਾਨੂੰ ਤਾਂ ਦੇ ਰਹੇ ਪੰਜਾਬ ਦਾ ਪੇ ਕਮਿਸ਼ਨ। ਜਿਹੜਾ ਨਵਾਂ ਆਊਗਾ, ਉਹ ਜਿਹੜੇ ਰੌਲਾ ਪਾ ਰਹੇ ਮੰਦਬੁੱਧੀ ਲੋਕ, ਉਹ ਬੇਵਕੂਫੋ। ਤੁਸੀਂ ਤੁਹਾਡੇ ਬੱਚਿਆਂ ਨੇ ਨੌਕਰੀ 'ਚ ਆਣਾ, ਉਹਨਾਂ ਨੂੰ ਘੱਟ ਤਨਖਾਹ ਜਿਹੜੀ ਹੈਗੀ ਆ ਉਹ ਮਿਲੂਗੀ ਸੈਂਟਰ ਵਾਲੀ। 5ਵੀਂ ਗੱਲ, ਅਸੀਂ ਕਿਉਂ ਜਾਂਦੇ ਆ? ਸਾਡੇ ਬੱਚੇ, ਸਾਡੀ ਨੌਜਵਾਨ ਪੀੜ੍ਹੀ ਫੋਰਨ ਕੰਟਰੀ ਚੰਗੀ ਇਨਕਮ ਦੇ ਲਈ, ਚੰਗੀ ਸੈਲਰੀ ਦੇ ਲਈ। ਤੇ ਜੇ ਪੰਜਾਬ ਸਰਕਾਰ ਤੋਂ ਅਸੀਂ ਲੜ ਕੇ ਲੈਂਦੇ ਆ ਤੇ ਤੁਸੀਂ ਪਤੰਦਰੋ ਇਹ ਕਹਿ ਦਿੰਦੇ ਆ ਵੀ ਇਹਦੇ 10 ਬੰਦੇ ਰੱਖ ਲਓ। ਜੇ 10 ਬੰਦੇ ਰੱਖਣੇ ਤਾਂ ਉਹਨੂੰ ਇੱਕ ਨੂੰ 5000 ਰੁਪਇਆ ਤਨਖਾਹ ਨਹੀਂ ਆਊਗੀ ਪੱਲੇ। ਮੈਂ ਮਰਵਾਉਣਾ ਚਾਹੁੰਦੇ ਉਹਨਾਂ ਨੂੰ? ਬੇਵਕੂਫੋ, ਤੁਸੀਂ ਸਰਕਾਰ ਦੇ ਆਖੇ ਲਾ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਨਾ ਮਰਵਾਓ। ਇਹ ਲੜਾਈ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਦੀ ਪੰਜਾਬ ਦੀ। ਭਗਵੰਤ ਮਾਨ ਕਹਿੰਦਾ ਕਿ ਮੈਂ ਇਦਾਂ ਦੇ ਹਾਲਾਤ ਬਣਾ ਦੇਣੇ ਕਿ ਲੋਕਾਂ ਨੂੰ ਬਾਹਰ ਜਾਣਾ ਹੀ ਨਾ ਪਵੇ। ਸਿੱਧੇ ਤੌਰ ਤੇ ਜਿਹੜੀ ਇੱਕ ਲਗਾਤਾਰ ਲੋਕਾਂ ਦੀ ਬਾਹਰ ਨੂੰ ਨੌਜਵਾਨਾਂ ਦੇ ਵਿੱਚ ਰੁਝਾਨ ਵਧਿਆ ਹੋਇਆ, ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਸੀਗੇ, ਤੇ ਉਹ ਤਾਂ ਇਹ ਸਟੇਟਮੈਂਟਾਂ ਦੇ ਰਹੇ ਵੀ ਅਸੀਂ ਬਾਹਰ ਜਾਣ ਹੀ ਨਹੀਂ ਦੇਣਾ, ਅਸੀਂ ਤਾਂ ਨਿਵੇਸ਼ ਇੱਥੇ ਕਰਵਾਉਣਾ ਹੈਗਾ। ਪਰ ਜਿਹੜੇ ਹਾਲਾਤ ਨੇ ਮੈਨੂੰ ਲੱਗਦਾ ਇਹ ਤਾਂ ਬਿਲਕੁਲ ਉਲਟ ਜਵਾਬ ਦੇਣਾ। ਦੇਖੋ ਜੀ, ਇਹ ਮੈਂ ਤੁਹਾਨੂੰ ਪਹਿਲੇ ਦੱਸਿਆ, ਪਹਿਲੀ ਗੱਲ ਇਹ ਤੋਂ ਸ਼ੁਰੂ ਕੀਤੀ ਵੀ ਸੋਸ਼ਲ ਮੀਡੀਆ ਦੀ ਸਰਕਾਰ ਆ। ਤੁਸੀਂ ਕਰ ਕੀ ਰਹੇ ਹੋ ਇੱਥੇ?
ਘੱਟੋ ਘੱਟ ਜਿਹੜੇ ਤੁਹਾਡੇ ਕੋਲ ਰਿਸੋਰਸਿਸ ਹੈਗੇ ਉਹਨਾਂ ਨੂੰ ਤੇ ਵਰਤ ਲਓ। ਤੁਸੀਂ ਕਹਿੰਦੇ ਪ੍ਰਾਈਵੇਟ ਅਸੀਂ ਐਂ ਕਰ ਦਾਂਗੇ, ਪ੍ਰਾਈਵੇਟ ਤੇ ਤੁਸੀਂ ਦੂਜਿਆਂ ਤੇ ਡਿਪੈਂਡ ਹੋ। ਤੁਹਾਡੇ ਹੱਥ 'ਚ ਕੀ ਆ? ਤੁਹਾਡੇ ਹੱਥ 'ਚ ਤੁਹਾਡੀ ਸਰਕਾਰ ਆ, ਰੁਜ਼ਗਾਰ ਤੁਹਾਡੇ ਹੱਥ 'ਚ ਆ। ਤੁਸੀਂ ਪੱਕਿਆਂ ਨੂੰ ਕੱਚੇ ਕਰਨਾ, ਜਿਹੜੀਆਂ ਪੋਸਟਾਂ ਤੁਸੀਂ ਰੀਸਟਰਕਚਰਿੰਗ ਕਰਕੇ ਖਤਮ ਕਰ ਰਹੇ ਹੋ ਤਾਂ ਫਿਰ ਰੁਜ਼ਗਾਰ ਕਿੱਥੇ ਦੋਗੇ? ਤੁਸੀਂ ਆਪਣਾ ਆਪ ਕਾਂਟਾ ਮਾਰ ਰਹੇ ਹੋ ਰੁਜ਼ਗਾਰ ਤੇ, ਔਰ ਦੂਜਿਆਂ ਨੂੰ ਜਾ ਕੇ ਜਰਮਨੀ ਜਾ ਕੇ ਮਿੰਨਤਾਂ ਕਰ ਰਹੇ ਹੋ ਵੀ ਸਾਡੇ ਇੱਥੇ ਆ ਕੇ ਜਿਹੜੇ ਪਲਾਂਟ ਲਾਓ। ਉਹ ਨਹੀਂ ਲਾਣਗੇ, ਫਿਰ ਕੀ ਕਰ ਲਾਂਗੇ? BMW ਜੇ ਇੱਥੇ ਨਹੀਂ ਲਾਂਦੀ, ਰੱਬ ਕਰੇ ਲੱਗ ਜੇ। ਪਰ ਕੀ ਜਿੰਨੀ ਇੱਥੇ ਬੇਰੁਜ਼ਗਾਰਾਂ ਦਾ ਹੜ੍ਹ ਆਇਆ ਹੋਇਆ, ਕੀ ਲੱਗਦਾ ਵੀ ਇੱਕ BMW ਜਾਂ ਇੱਕ ਦੋ ਪਲਾਂਟ ਇੱਥੇ ਆ ਕੇ ਉਹ ਕਰ ਲੈ? ਜਿੰਨੇ ਕੁ ਪਲਾਂਟ ਆਏ ਉਹ ਇੱਕ ਵਾਰੀ ਲੱਗਦੇ ਆ, ਜਗ੍ਹਾ ਫਰੀ ਲੈਂਦੇ ਆ ਤਾਂ ਹਿਮਾਚਲ ਨੂੰ ਪਲਾਨ ਕਰ ਜਾਂਦੇ ਆ, ਕਿਉਂਕਿ ਬਿਜਲੀ ਸਸਤੀ ਉੱਥੇ, ਬਿਜਲੀ ਵਾਧੂ ਉੱਥੇ, 24 ਘੰਟੇ ਆਉਂਦੀ ਆ, ਜਗ੍ਹਾ ਸਸਤੀ ਉੱਥੇ, ਤੇ ਹੋਰ ਜਿਹੜੀਆਂ ਇਨਕਮ ਟੈਕਸ ਦੀਆਂ ਸਹੂਲਤਾਂ, ਟੈਕਸ ਦੀਆਂ ਸਹੂਲਤਾਂ ਉਹ ਉੱਥੇ ਮਿਲਦੀਆਂ। ਤੁਹਾਡੇ ਕੋਲ ਕੀ ਹੈ? ਕੋਈ ਪਲਾਨਿੰਗ ਨਹੀਂ ਗੀ, ਔਰ ਚਲੇ ਗਏ ਤੁਸੀਂ ਜਰਮਨੀ। ਸੋ ਸਰਕਾਰ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ, ਜੋ ਤੁਹਾਡੇ ਕੋਲ ਪਹਿਲੇ ਰਿਸੋਰਸਿਸ ਹੈਗੇ ਉਹਨਾਂ ਨੂੰ ਵਰਤ ਕੇ ਅੱਗੇ ਵਧੋ, ਚੁੱਪਚਾਪ ਸ਼ਾਂਤ ਕੰਮ ਕਰੋ। ਸਾਡਾ ਪੈਸਾ ਜਿਹੜਾ ਆਪਣੀ ਐਡਵਰਟਾਈਜ਼ਮੈਂਟ ਤੇ ਆਪਣਾ ਨਾਮ ਬਣਾਉਣ ਲਈ ਨਾ ਕਰੋ। ਜਦੋਂ ਤੁਸੀਂ ਐਡਵਰਟਾਈਜ਼ਮੈਂਟ ਕਰਦੇ ਹੋ ਸਾਡੇ ਸੱਪ ਲੜਦਾ ਛਾਤੀ ਦੇ, ਸਾਡੇ ਪੈਸੇ ਨਾਲ ਐਡਵਰਟਾਈਜ਼ਮੈਂਟ ਕਰ ਰਹੇ ਆ ਪਰ ਕੰਮ ਤੁਸੀਂ ਕਰ ਨਹੀਂ ਰਹੇ। ਉਹੀ ਗੱਲ ਆ ਗਈ, ਬਿਆਨ ਤੁਸੀਂ ਦੇਈ ਜਾਂਦੇ ਹੋ, ਉਹ ਬਿਆਨ ਨੂੰ ਫਿਰ ਤੁਸੀਂ ਅਖਬਾਰਾਂ ਦੇ ਵਿੱਚ ਇੱਕ ਪੇਜ ਤੇ ਲਾਉਂਦੇ ਹੋ। ਫਿਰ ਜਿਹੜਾ ਦੂਜਾ ਮੀਡੀਆ ਖਰੀਦਿਆ ਜਾ ਸਕਣ ਵਾਲਾ ਉਹ ਵੀ ਹੈਗਾ, ਉਹਨਾਂ ਨੂੰ ਪੈਸੇ ਦੇ ਕੇ ਤੁਸੀਂ ਖਬਰਾਂ ਲਵਾਉਂਦੇ ਹੋ। ਤੇ ਉਹ ਕਿੱਥੋਂ ਆਉਂਦੇ ਪੈਸੇ? ਉਹ ਸਾਡੇ ਪੈਸੇ ਜਿਹੜੇ ਆ ਉਹ ਤੁਸੀਂ ਲਾਉਂਦੇ। ਅਸੀਂ ਗੁੱਸੇ 'ਚ ਕਿਉਂ ਨਾ ਆਈਏ? ਅਸੀਂ ਧਰਨੇ ਮੁਜ਼ਾਹਰੇ ਕਿਉਂ ਨਾ ਕਰੀਏ? ਸ਼ੇਰ ਸਾਹਿਬ 6 ਮਹੀਨੇ ਹੋ ਗਏ, ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਵੀ ਚਲੋ ਘੱਟੋ ਘੱਟ ਨਵੀਂ ਸਰਕਾਰ ਬਣੀ ਹੈ, 6 ਮਹੀਨੇ ਦਾ ਸਮਾਂ ਦੇਣਾ ਚਾਹੀਦਾ। 6 ਮਹੀਨੇ ਹੋ ਗਏ, ਲੱਗਦਾ 6 ਮਹੀਨਿਆਂ ਦੇ ਵਿੱਚ ਮੁਲਾਜ਼ਮਾਂ ਲਈ ਕੁਝ ਵੱਡਾ ਐਕਸ਼ਨ ਹੋਇਆ? ਆਮ ਆਦਮੀ ਪਾਰਟੀ ਤਾਂ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਅਸੀਂ ਨਵੀਆਂ ਪੋਸਟਾਂ ਵੀ ਕੱਢ ਦਿੱਤੀਆਂ, ਜਿਹੜੀਆਂ ਭਰਤੀਆਂ ਰਹਿੰਦੀਆਂ ਸੀ ਉਹ ਵੀ ਦਿੱਤੀਆਂ ਨੇ, ਪੁਲਿਸ ਮਹਿਕਮੇ ਦੇ ਵਿੱਚ ਵੀ ਭਰਤੀਆਂ ਦਿੱਤੀਆਂ ਨੇ, ਅਸੀਂ ਆਪਣੇ ਵੱਲੋਂ 7ਵਾਂ ਪੇ ਕਮਿਸ਼ਨ ਵੀ ਲਾਗੂ ਕਰਤਾ। ਉਹ ਤਾਂ ਆਪਣੇ ਵੱਲੋਂ ਬਹੁਤ ਚੀਜ਼ਾਂ ਗਿਣਾ ਰਹੇ ਨੇ। ਦੇਖੋ, ਆਟੇ ਦੇ ਵਿੱਚ ਲੂਣ ਕਿੰਨਾ ਕੁ ਹੁੰਦਾ? ਲੱਭ ਲਓ, ਲੱਭਿਆ ਨਹੀਂ ਲੱਭਦਾ। ਇੰਨਾ ਕਿ ਇਹ ਕੰਮ ਉਹਨੂੰ ਵੱਡਾ ਕਰਕੇ ਦਿਖਾ ਰਹੇ ਨੇ। ਇੱਕ ਬੰਨੇ 36,000 ਕਹਿ ਰਹੇ ਨੇ, ਇੱਕ ਬੰਨੇ ਕਹਿੰਦੇ ਅਸੀਂ 3 ਲੱਖ 30 ਲੱਖ ਬੰਦਿਆਂ ਨੂੰ ਨੌਕਰੀ ਦੇਵਾਂਗੇ, ਤੇ ਤੁਸੀਂ ਹਜ਼ਾਰਾਂ 'ਚ ਸੈਂਕੜੇ ਜਾ ਕੇ ਤੁਸੀਂ ਉਪਲਬਧੀਆਂ ਗਿਣਾਉਣ ਲੱਗ ਗਏ ਹੋ। ਕਿੱਡੀ ਕੁ? ਫਿਰ ਤੁਸੀਂ ਮਾਸਟਰ, ਪ੍ਰਿੰਸੀਪਲ, ਡਾਕਟਰ ਤੁਸੀਂ ਕਹਿੰਦੇ ਅਸੀਂ ਰੀਇੰਪਲੋਏ ਕਰਾਂਗੇ, ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਰੱਖਾਂਗੇ। ਕਿਉਂ ਰੱਖੋਗੇ? ਉੱਥੇ ਕਿਉਂ ਨਹੀਂ ਨਵੇਂ ਬੰਦੇ ਰੱਖਦੇ? ਔਰ ਇਹਦਾ ਇੰਜਾਮ ਇਹ ਭੁਗਤ ਚੁੱਕੇ ਆ, ਸੰਗਰੂਰ 'ਚ ਹਾਰ ਚੁੱਕੇ ਆ। ਉਸ ਤੋਂ ਬਾਅਦ ਸਾਡੀ PSMU ਜਿਹੜੀ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਕਲੈਰੀਕਲ ਕਾਮਿਆਂ ਦੀ ਮੁੱਖ ਜਥੇਬੰਦੀ, ਉਹਦੇ ਸੂਬਾ ਜਨਰਲ ਸਕੱਤਰ ਖੜੇ ਨੇ, ਇਹਨਾਂ ਵੱਲੋਂ ਜਿਹੜੀ PSMU ਵੱਲੋਂ ਜਿਹੜੇ ਆ ਐਕਸ਼ਨ ਕੀਤੇ ਜਾ ਰਹੇ ਨੇ ਪੰਜਾਬ 'ਚ ਬਹੁਤ ਵੱਡੇ। ਉਸੇ ਦੇ ਸਮਰਥਨ ਦੇ ਵਿੱਚ ਅੱਜ ਰੈਲੀ ਹੋ ਰਹੀ ਨੇ PSMU ਦੇ ਸਮਰਥਨ ਦੇ ਵਿੱਚ, ਔਰ ਸੰਗਰੂਰ ਦੇ ਵਿੱਚ ਹਜ਼ਾਰਾਂ ਮੁਲਾਜ਼ਮਾਂ ਦਾ ਇਕੱਠ ਹੋਇਆ। ਤੁਸੀਂ ਦੇਖਿਆ ਹੋਣਾ ਵੀ ਕਿਉਂ ਇੰਨੇ ਲੋਕਾਂ ਦੇ ਵਿੱਚ ਗੁੱਸਾ? ਇਹ ਸਿਰਫ ਮੁਲਾਜ਼ਮ ਵਰਗ ਸੰਗਠਿਤ ਆ, ਇਸ ਕਰਕੇ ਉਹ ਦਿਖ ਰਿਹਾ। ਤੇ ਜਿਹੜੇ ਸੰਗਠਿਤ ਨਹੀਂ ਆ ਉਹ ਵੀ ਸਰਕਾਰ ਤੋਂ ਐਂਟੀ ਨੇ, ਪਤਾ ਲੱਗ ਜੂ ਜਿੱਦਣ ਉਹ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ। ਸੋ ਸਰਕਾਰ ਜਿਹੜੀ ਹੈਗੀ ਆ ਉਹ ਇਸ ਸਮੇਂ ਜ਼ੀਰੋ ਆ, ਉਹਨਾਂ ਦੀ ਕੋਈ ਪਰਫਾਰਮੈਂਸ ਨਹੀਂ ਆ। ਜੇ ਇਵੇਂ ਚੱਲਦੀ ਰਹੀ ਤਾਂ ਮੈਨੂੰ ਨਹੀਂ ਲੱਗਦਾ 6 ਮਹੀਨੇ ਹੋਰ ਕੱਢਣਗੇ। ਅਗਲਾ ਐਕਸ਼ਨ ਕੀ ਹੈਗਾ? ਕਿਉਂਕਿ ਹੁਣ ਰੈਲੀਆਂ ਦਾ ਦੌਰ ਤੁਸੀਂ ਸ਼ੁਰੂ ਕਰ ਰਹੇ ਹੋ, ਨਾਲ ਦੀ ਨਾਲ ਇਹ ਵੀ ਕਹਿ ਰਹੇ ਹੋ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਇੱਕ ਲੜਾਈ ਵਿੱਢੀ ਜਾਵੇਗੀ। ਇਸ ਤੋਂ ਇਲਾਵਾ ਅੱਗੇ ਹੁਣ ਕਿਸ ਤਰੀਕੇ ਨਾਲ ਇਹ ਸੰਘਰਸ਼ ਵਿੱਢਣਾ ਹੈ? ਅਗਲੀ ਲੜਾਈ ਲਈ ਅਸੀਂ ਹੁਣ ਨਵੀਨੀਕਰਨ ਕਰ ਰਹੇ ਆਪਣੇ ਜਥੇਬੰਦੀਆਂ ਦਾ। ਇਸ ਸਮੇਂ PSMSU ਦੇ ਐਕਸ਼ਨ ਚੱਲ ਰਹੇ ਪੰਜਾਬ ਭਰ 'ਚ, ਤੁਹਾਨੂੰ ਮੇਰੇ ਸਾਥੀ ਦੱਸ ਦੇਣਗੇ ਪੂਰੀ ਤਰ੍ਹਾਂ। ਇਹਨਾਂ ਦੇ ਅੱਗੇ ਲੈ ਐਕਸ਼ਨ ਕੀ ਹੈ ਇਹ ਦੱਸਣਗੇ। ਸਾਂਝਾ ਮੁਲਾਜ਼ਮ ਮੰਚ ਇਹਨਾਂ ਦੀ ਸਪੋਰਟ 'ਚ ਆਇਆ। ਅੱਜ ਆ ਪਹਿਲੀ ਰੈਲੀ ਸਾਂਝੇ ਮੁਲਾਜ਼ਮ ਮੰਚ ਨੇ ਕੀਤੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਹ ਰੈਲੀ ਨੂੰ ਪੂਰਨ ਕਰਨ ਤੋਂ ਬਾਅਦ ਅਸੀਂ ਮੋਹਾਲੀ 'ਚ ਕਰਾਂਗੇ, ਉਸ ਤੋਂ ਬਾਅਦ ਪੰਜਾਬ ਜਾਵਾਂਗੇ, ਤੇ ਫਿਰ ਇੱਕ ਵੱਡਾ, ਜਿਵੇਂ ਪਹਿਲੇ ਲਾਮਬੰਦੀ ਕਰਕੇ ਅਮਰਿੰਦਰ ਗੌਰਮੈਂਟ ਦੇ ਵਿਰੁੱਧ ਇੱਕ ਮੋਰਚਾ ਵਿੱਢਿਆ ਸੀ ਤੇ ਲੱਖਾਂ ਦਾ ਇਕੱਠ ਪਟਿਆਲੇ 'ਚ ਕਰਤਾ ਸੀ, ਹੁਣ ਉਸ ਤੋਂ 10 ਗੁਣਾ ਵੱਧ ਵੱਡੀ ਲੜਾਈ ਹੋਣੀ ਆ, ਔਰ ਇਹ ਤੁਹਾਨੂੰ 1-2 ਮਹੀਨਿਆਂ ਦੇ ਵਿੱਚ ਦਿਖ ਜਾਣੀ ਆ। ਔਰ ਇਹਨਾਂ ਨੂੰ ਭਾਜੜਾ ਇਹੋ ਜਿਹੀਆਂ ਪੈਣੀਆਂ, ਇਹ ਸੋਸ਼ਲ ਮੀਡੀਆ ਅਸੀਂ ਸਾਰਾ ਇਹਨਾਂ ਦਾ ਮਲੀਆ ਮੇਟ ਕਰਕੇ ਰੱਖ ਦੇਣਾ। ਮਨਦੀਪ ਜੀ, ਜੇ ਅਸੀਂ ਗੱਲ ਕਰੀਏ, ਜਿੱਦਾਂ ਹੁਣ ਸੰਘਰਸ਼ ਦੀ ਗੱਲ ਕਰ ਰਹੀ ਹੈ, ਅਗਲਾ ਸੰਘਰਸ਼ ਕੀ ਹੈਗਾ? ਦੇਖੋ ਜੀ, ਅਗਲਾ ਸੰਘਰਸ਼ ਇਹ ਹੈ ਵੀ ਜਿਹੜੀਆਂ ਜ਼ੋਨਲ ਰੈਲੀਆਂ ਨੇ ਜੀ, ਅੰਮ੍ਰਿਤਸਰ ਤੋਂ ਆਗਾਜ਼ ਹੋਇਆ ਸੀ, ਕੱਲ ਦੀ ਲੁਧਿਆਣੇ ਸੀ, ਅੱਜ ਦੀ ਚੰਡੀਗੜ੍ਹ ਹੈ, ਤੇ ਕੱਲ ਦੀ ਰੈਲੀ ਹੈ ਜ਼ੋਨਲ ਰੈਲੀ ਫਿਰੋਜ਼ਪੁਰ ਹੈ, ਤੇ ਉਸ ਤੋਂ ਬਾਅਦ 18 ਤਰੀਕ ਦੀ PSMSU ਸਟੇਟ ਦੀ ਮੀਟਿੰਗ ਹੈ ਲੁਧਿਆਣੇ 'ਚ, ਤੇ ਅਗਲੇ ਐਕਸ਼ਨ ਨੇ ਜਿਹੜੇ ਉਸ ਮੀਟਿੰਗ 'ਚ ਉਹ ਲਿਖੇ ਜਾਣਗੇ। ਤੇ ਮੈਂ ਇਸ ਦੇ ਨਾਲ ਇਹ ਵੀ ਦੱਸ ਦਿੰਦਾ ਆਮ ਜਨਤਾ ਨੂੰ ਵੀ ਅਸੀਂ ਪ੍ਰੋਟੈਸਟ ਤਾਂ ਕਰ ਰਹੇ ਹਾਂ ਵੀ ਗਵਰਨਮੈਂਟ ਨੇ ਅਜੇ ਤੱਕ ਸਾਨੂੰ ਮੀਟਿੰਗਾਂ ਲਈ ਸਮਾਂ ਨਹੀਂ ਦਿੱਤਾ। ਅਜੇ ਮੁਲਾਜ਼ਮਾਂ ਦੀਆਂ ਮੰਗਾਂ ਕੀ ਨੇ ਉਹਨਾਂ ਨੇ ਸੁਣੀਆਂ ਨਹੀਂ ਹੈਗੀਆਂ। ਅਸੀਂ ਉਹਨਾਂ ਨੂੰ ਜਿਹੜੀਆਂ ਮੀਟਿੰਗਾਂ ਨੇ ਲੈਣ ਦੇ ਲਈ ਜਾਂ ਆਪਣੀਆਂ ਮੰਗਾਂ ਦੱਸਣ ਦੇ ਲਈ ਉਹਨਾਂ ਨੂੰ ਈਮੇਲ ਦੇ ਰਾਹੀਂ, ਉਹਨਾਂ ਨੂੰ DC ਸਾਹਿਬਾਨ ਦੇ ਰਾਹੀਂ, ਉਹਨਾਂ ਨੂੰ MLA ਸਾਹਿਬਾਨ ਦੇ ਰਾਹੀਂ, ਉਹਨਾਂ ਨੂੰ ਮੰਤਰੀ ਸਾਹਿਬਾਨ ਦੇ ਰਾਹੀਂ, CM ਸਾਹਿਬ ਤੱਕ, FM ਸਾਹਿਬ ਤੱਕ, ਚੀਫ ਸੈਕਟਰੀ ਸਾਹਿਬ ਤੱਕ ਅਸੀਂ ਆਪਣੇ ਮੰਗ ਪੱਤਰ ਪਹੁੰਚਾ ਦਿੱਤੇ ਨੇ, ਪਰ ਅਜੇ ਤੱਕ ਸਾਨੂੰ ਮੀਟਿੰਗ ਦਾ ਸਮਾਂ ਜਿਹੜਾ ਸਰਕਾਰ ਵੱਲੋਂ ਨਹੀਂ ਮਿਲਿਆ ਗਿਆ। ਸਰਕਾਰ ਨੇ ਸਾਨੂੰ ਅਜੇ ਤੱਕ ਸੁਣਨ ਦਾ ਮੌਕਾ ਹੀ ਨਹੀਂ ਦਿੱਤਾ ਹੈਗਾ। ਬਈ ਲੱਗਦਾ ਕਿ 6 ਮਹੀਨੇ ਸਰਕਾਰ ਨੂੰ ਹੋ ਗਏ ਤਾਂ ਹਲੇ ਤੱਕ ਜਿੱਦਾਂ ਪੁਰਾਣੀਆਂ ਸਰਕਾਰਾਂ ਸਮੇਂ ਧਰਨੇ ਦਿੰਦਾ ਸੀ ਉਹੀ ਹਾਲਾਤ?
ਅਸਲ 'ਚ ਸਰਕਾਰ ਜਿਹੜੀ ਹੈ, ਇੱਕ ਪਾਸੇ ਹੁਣ ਥੋੜੇ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਨੇ ਹਰਿਆਣੇ ਜਾ ਕੇ ਬਿਆਨ ਦਿੱਤਾ ਸੀ ਕਿ ਪੁਰਾਣੀ ਪੈਨਸ਼ਨ ਨਾਲ ਜਿਹੜੀ ਨਵੀਂ ਪੈਨਸ਼ਨ ਨਾਲ ਲਾਗੂ ਹੋਈ ਆ ਉਹਦੇ ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ, ਪੁਰਾਣੀ ਪੈਨਸ਼ਨ ਲਾਗੂ ਹੋਣੀ ਜ਼ਰੂਰੀ ਹੈ। ਪਰ ਉਹਦੇ ਉਲਟ ਇੱਥੇ ਸਰਕਾਰ ਬਣੀ ਹੋਈ ਹੈ, ਇੱਥੇ ਸਿਰਫ ਲਾਗੂ ਕਰਨਾ, ਨੋਟੀਫਿਕੇਸ਼ਨ ਕਰਨਾ, ਐਲਾਨ ਕਰਨਾ ਹੈ, ਉਹ ਸਰਕਾਰ ਨਹੀਂ ਕਰ ਰਹੀ। ਤਾਂ ਇਹ ਤੋਂ ਸਾਫ਼ ਜ਼ਾਹਰ ਹੈ ਸਰਕਾਰ ਦੀ ਮਨਸ਼ਾ ਠੀਕ ਨਹੀਂ ਹੈ, ਕੁਝ ਵੀ ਕਰਨ ਦੀ ਮਨਸ਼ਾ ਹੈ ਨਹੀਂ ਇੰਪਲਾਈਆਂ ਦੇ ਪ੍ਰਤੀ। ਪ੍ਰਧਾਨ ਸਾਹਿਬ, ਲੱਗਦਾ ਕਿ ਹਾਲਾਤ ਨਾਜ਼ੁਕ ਨੇ ਮੁਲਾਜ਼ਮਾਂ ਪ੍ਰਤੀ, ਕਿਉਂਕਿ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਦੇ ਉੱਪਰ ਵੀ ਵੱਡੇ ਬੋਝ ਪੈਣਗੇ, ਤਾਂ ਉਹ ਪਹਿਲਾਂ ਹੀ ਵਿਦੇਸ਼ਾਂ ਦਾ ਕੂਚ ਕਰ ਚੁੱਕੇ। ਦੇਖੋ ਗੱਲ ਇਹ ਹੈ ਜੀ, ਜੋ ਸਰਕਾਰ ਨੇ ਪਹਿਲਾਂ ਵਾਅਦੇ ਕੀਤੇ ਸੀਗੇ, ਫੈਸਲੇ ਕੀਤੇ ਵੀ ਅਸੀਂ ਆਉਣ ਤੇ ਆਪਾਂ ਇਹ ਸਰਕਾਰ ਮੁਲਾਜ਼ਮਾਂ ਦੇ ਕੰਮ ਕਰੇਗੀ, ਉਹ ਹਜੇ ਕੋਈ ਪੂਰੇ ਨਹੀਂ ਹੋ ਰਹੇ। ਵਿੱਤ ਮੰਤਰੀ ਸਾਹਿਬ ਦਾ ਪਹਿਲਾਂ ਹੀ ਫੈਸਲਾ ਸੀਗਾ ਵੀ 1/1/2004 ਤੋਂ ਬਾਅਦ ਜਿੰਨੇ ਵੀ ਭਰਤੀ ਮੁਲਾਜ਼ਮ ਹੈ ਉਹਨਾਂ ਨੂੰ ਪੈਨਸ਼ਨ ਬਹਾਲ ਕੀਤੀ ਜਾਵੇ। ਦੇਖੋ ਕਿੱਡੀ ਮਾੜੀ ਗੱਲ ਹੈ ਵੀ ਹਜੇ ਤੱਕ ਕੋਈ ਫੈਸਲਾ ਨਹੀਂ ਹੋ ਰਿਹਾ, ਨਾ ਕੋਈ ਉਹਦੀ ਫਾਈਲ ਪੁੱਟ ਅਪ ਹੋ ਰਹੀ। ਤੇ ਵਿੱਤ ਮੰਤਰੀ ਸਾਹਿਬ ਤੱਕ ਅਸੀਂ ਮੰਗ ਪੱਤਰ ਵੀ ਪਹੁੰਚਦਾ ਕੀਤਾ ਵੀ 1/1/2004 ਤੋਂ ਬਾਅਦ ਜਿਹੜੇ ਮੁਲਾਜ਼ਮ ਭੈਣ ਭਰਾ ਸਾਡੇ ਸਾਰੇ ਪੰਜਾਬ ਵਿੱਚ ਬੈਠੇ ਆ ਉਹਨਾਂ ਦੀ ਪੈਨਸ਼ਨ ਬਹਾਲ ਕੀਤੀ ਜਾਵੇ, ਕਿਉਂਕਿ ਜਿਹੜਾ ਪੈਨਸ਼ਨ ਹੈ ਉਹਦੇ ਸਿਰ ਤੇ ਹੀ ਗੁਜ਼ਾਰਾ ਹੁੰਦਾ, ਉਹਦਾ ਘਰ ਦਾ ਬੁਢਾਪਾ ਜੋ ਵੀ ਹੈਗਾ ਰੋਜ਼ਗਾਰ ਉੱਤੇ ਚੱਲਦਾ। ਤੋਂ ਹੋਰ ਕਈ ਮਸਲੇ ਹੈਗੇ ਨੇ, ਜਿਵੇਂ ਡੀਏ ਨੂੰ ਲੈ ਕੇ ਆ, ਕੱਚੇ ਮੁਲਾਜ਼ਮ ਜਿਹੜੇ ਇੰਨੇ ਮੁਲਾਜ਼ਮ ਬੈਠੇ ਨੇ ਉਹ ਉਡੀਕ ਕਰ ਰਹੇ ਵੀ ਕਦੋਂ ਸਾਨੂੰ ਰੈਗੂਲਰ ਕੀਤਾ ਜਾਏ। ਵੈਸੇ ਇੱਕ ਲੱਗਦਾ ਕਿ ਇੱਕ ਨਵਾਂ ਤਰੀਕਾ ਜਿਹੜਾ ਪਿਛਲੇ ਕਈ ਸਮੇਂ ਤੋਂ ਚੱਲਦਾ ਹੈਗਾ, ਉਹ ਅਲੱਗ ਤੌਰ ਤੇ ਲੱਭਿਆ ਹੋਇਆ ਸਰਕਾਰ ਨੇ, ਆਊਟਸੋਰਸ ਤੇ ਭਰਤੀ ਕਰ ਲੈਂਦੀ ਹੈ ਤੇ ਸ਼ੋਸ਼ਣ ਲਗਾਤਾਰ ਚੱਲਦਾ ਰਹਿੰਦਾ। ਪੱਕੇ ਮੁਲਾਜ਼ਮਾਂ ਨੂੰ ਜਿੱਥੇ ਲੋੜ ਹੈਗੀ ਆ, ਜਿੱਥੇ ਲਗਾਤਾਰ ਕੰਮ ਦੀ ਲੋੜ ਹੈਗੀ ਆ, ਉੱਥੇ ਆਊਟਸੋਰਸ ਤੇ ਬੰਦੇ ਰੱਖੇ ਜਾਂਦੇ, ਪੱਕੇ ਨਹੀਂ ਕੀਤੇ ਜਾਂਦੇ। ਦੇਖੋ ਸਟ੍ਰੈਟਜੀ ਸਰਕਾਰ ਦੀ ਕੀ ਹੈ, ਉਹ ਉਹਨਾਂ ਨੂੰ ਜਿਹੜੀਆਂ ਜਥੇਬੰਦੀਆਂ ਨਾ ਉਹਨਾਂ ਦੇ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਵੀ ਜਿਵੇਂ ਅਸੀਂ ਹੁਣ ਕੀ ਫੈਸਲਾ ਕਰਨਾ, ਵੀ ਤੁਹਾਡੀ ਕੀ ਰਾਏ। ਜੇ ਹੁਣ ਸਾਡੇ ਅੱਗੇ ਆ ਕੇ ਥੋਪ ਦਿੱਤੀਆਂ ਜਾਣਗੀਆਂ ਉਹ ਸਾਡੇ ਤੋਂ ਗਰੇਜ ਨਹੀਂ ਹੋਏਗਾ ਜੀ। ਤਾਂ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਤੁਹਾਨੂੰ ਇੱਕ ਵਾਰ ਦੁਬਾਰਾ ਦਿਖਾ ਦਿੰਦੇ ਹਾਂ। ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ। ਤਾਂ ਲਗਾਤਾਰ ਇਸ ਵੇਲੇ ਜਿਹੜਾ ਸੰਘਰਸ਼ ਚੱਲ ਰਿਹਾ ਹੈਗਾ, ਸਾਫ਼ ਤੌਰ ਤੇ ਵੱਡੀਆਂ ਮੰਗਾਂ ਕਿ ਸਾਬਕਾ ਸਰਕਾਰਾਂ ਸਮੇਂ ਬਹੁਤ ਸਾਰੇ ਵਾਅਦੇ ਹੋਏ ਸੀ ਪਰ ਉਸ ਤਰੀਕੇ ਨਾਲ ਵਾਅਦੇ ਹਲੇ ਵਫਾ ਨਹੀਂ ਹੋ ਰਹੇ। ਤਾਂ ਹੁਣ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਅੱਜ ਸੈਕਟਰ 17 ਦੇ ਵਿੱਚ ਪਹੁੰਚ ਕੇ ਧਰਨਾ ਪ੍ਰਦਰਸ਼ਨ ਦੇ ਰਹੇ ਨੇ, ਰੈਲੀ ਕਰ ਰਹੇ ਨੇ ਤੇ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਸਰਕਾਰ ਲਗਾਤਾਰ ਮੰਗ ਕਰ ਰਹੀ ਹੈ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਪਰ ਮੌਜੂਦਾ ਨਵੀਂ ਸਰਕਾਰ ਨੇ ਵੀ ਉਹੀ ਰਾਹ ਅਪਣਾ ਲਿਆ ਹੈਗਾ ਜਿਹੜੀਆਂ ਪੁਰਾਣੀਆਂ ਸਰਕਾਰਾਂ ਦਾ ਰਾਹ ਸੀਗਾ। ਤਾਂ ਉਸੇ ਤਰੀਕੇ ਨਾਲ ਹੁਣ ਮੁਲਾਜ਼ਮ ਜਿਹੜੇ ਨੇ ਇੱਥੇ ਸੰਘਰਸ਼ ਵਿੱਢ ਚੁੱਕੇ ਨੇ ਤੇ ਕਹਿੰਦੇ ਨੇ ਕਿ ਇਸੇ ਤਰੀਕੇ ਨਾਲ ਇਹ ਸੰਘਰਸ਼ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਰਹੇਗਾ, ਜਿੰਨਾ ਤੱਕ ਸਰਕਾਰ ਮੁਲਾਜ਼ਮ ਵਰਗ ਦੀਆਂ ਮੰਗਾਂ ਨਹੀਂ ਸੁਣਦੀ। ਮੁਲਾਜ਼ਮਾਂ ਨੇ ਇੱਕ ਬੜੀ ਅਹਿਮ ਗੱਲ ਕਹੀ ਹੈ ਕਿ ਇਹ ਲੜਾਈ ਉਹਨਾਂ ਦੀ ਨਹੀਂ, ਕਿਉਂਕਿ ਉਹਨਾਂ ਨੂੰ ਪੈਨਸ਼ਨ ਮਿਲਣੀ ਹੈ, ਉਹਨਾਂ ਦੇ ਆਉਣ ਵਾਲੀ ਪੀੜ੍ਹੀ ਦੀ ਲੜਾਈ ਹੈ, ਕਿਉਂਕਿ ਉਹਨਾਂ ਨੂੰ ਪੈਨਸ਼ਨਾਂ ਤੋਂ ਇਸ ਵਕਤ ਸਿੱਧੇ ਤੌਰ ਤੇ ਦੂਰ ਕਰ ਦਿੱਤਾ ਗਿਆ। ਗਵਾਂਢੀ ਸੂਬਿਆਂ ਦੇ ਵਿੱਚ ਜਾ ਕੇ ਐਲਾਨ ਕੀਤੇ ਜਾ ਰਹੇ ਨੇ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਕਹਾਂਗੇ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਣਗੀਆਂ। ਹਰਿਆਣਾ ਵਿੱਚ ਵਾਅਦੇ ਕੀਤੇ ਜਾ ਰਹੇ ਨੇ ਪਰ ਇੱਥੇ ਪੰਜਾਬ ਦੇ ਵਿੱਚ ਇਹ ਵਾਅਦੇ ਜਿਹੜੇ ਨੇ ਵਫਾ ਨਹੀਂ ਹੋ ਰਹੇ। ਜਿਹੜੇ ਸੂਬਿਆਂ 'ਚ ਆਪਣੀ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ, ਉੱਥੇ ਵਫਾ ਨਹੀਂ ਹੋ ਰਹੇ ਤਾਂ ਬਾਕੀ ਸੂਬਿਆਂ ਦੇ ਵਿੱਚ ਕੀ ਹੋਣਗੇ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਅੱਜ ਸੰਘਰਸ਼ ਕੀਤਾ ਜਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇਹ ਸੰਘਰਸ਼ ਜਿਹੜੇ ਨੇ ਉਹਨਾਂ ਵੱਲੋਂ ਜਿਹੜੇ ਨੇ ਵਿੱਢੇ ਜਾਣਗੇ। ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਇਹਨਾਂ ਸੰਘਰਸ਼ਾਂ ਦੇ ਰੂਪ ਤੋਂ ਬਾਅਦ ਇਹ ਜਿਹੜੇ ਸੰਘਰਸ਼ ਲਗਾਤਾਰ ਹੁਣ ਹੋਣੇ ਸ਼ੁਰੂ ਹੋ ਗਏ ਨੇ, ਆਮ ਆਦਮੀ ਪਾਰਟੀ ਸਰਕਾਰ ਇਹਨਾਂ ਸੰਘਰਸ਼ਾਂ ਤੋਂ ਬਾਅਦ ਕੀ ਕੋਈ ਮੁਲਾਜ਼ਮਾਂ ਦੇ ਨਾਲ ਮੁਲਾਕਾਤ ਸੱਦਦੀ ਹੈ ਕਿ ਉਹਨਾਂ ਦੇ ਹੱਕ ਦੀ ਕੋਈ ਗੱਲ ਕਰਦੀ ਹੈ ਜਾਂ ਨਹੀਂ, ਇਹ ਆਉਣ ਵਾਲਾ ਸਮਾਂ ਦੱਸੇਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਜ਼ਰੂਰ ਸਾਂਝੇ ਕਰਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।